हाँ जी, गुरु स्टडी पॉइंट ਤੇ ਆਪ ਜੀ ਦਾ ਸਵਾਗਤ ਹੈ ਜੀ। ਪੀਐਸ ਟੈਟ 2 ਦੀ ਤਿਆਰੀ ਕਰ ਰਹੇ ਐਸਐਸਟੀ ਵਿਸ਼ੇ ਨਾਲ ਸੰਬੰਧਿਤ ਵਿਦਿਆਰਥੀ ਉਹਨਾਂ ਦੇ ਲਈ ਲੈਕਚਰ ਹੈ ਜੀ 14 ਨੰਬਰ ਲੈਕਚਰ ਐਸਐਸਟੀ ਦਾ। ਸੋ 13 ਲੈਕਚਰ ਆਪਣੇ ਚੈਨਲ ਦੀ ਪਲੇਲਿਸਟ ਦੇ ਵਿੱਚ ਜਾ ਕੇ ਸੁਣ ਸਕਦੇ ਹੋ ਤੁਸੀਂ। ਪੀਐਸ ਟੈਟ 2 ਐਸਐਸਟੀ ਦੀ ਪਲੇਲਿਸਟ ਬਣੀ ਹੋਈ ਹੈ 2022-23 ਦੇ ਨਾਲ ਸੰਬੰਧਿਤ। ਇਸੇ ਤਰ੍ਹਾਂ ਹੀ ਚਾਈਲਡ ਸਾਈਕੋਲੋਜੀ ਦੇ 30 ਲੈਕਚਰ ਮਿਲ ਜਾਣਗੇ। ਪੁਰਾਣੇ ਲੈਕਚਰ ਜੇਕਰ ਪਿਛਲੇ ਸਾਲਾਂ ਵਾਲੇ ਤੁਸੀਂ ਕਵਰ ਕਰਨੇ ਆ ਤਾਂ ਅਲੱਗ-ਅਲੱਗ ਵਿਸ਼ਿਆਂ ਦੇ ਸਾਰੇ ਵਿਸ਼ਿਆਂ ਦੇ ਹੀ ਲੈਕਚਰ ਤੁਹਾਨੂੰ ਮਿਲ ਜਾਣਗੇ। ਆਪਣਾ ਚੈਨਲ ਨੂੰ ਖੋਲ੍ਹਣਾ ਪਊਗਾ, ਸਬਸਕ੍ਰਾਈਬ ਕਰਨਾ ਪਊਗਾ ਅਤੇ ਚੈਨਲ ਦੀ ਪਲੇਲਿਸਟ ਦੇ ਵਿੱਚ ਜਾਣਾ ਪਊਗਾ। ਸਾਰੇ ਲੈਕਚਰ ਤੁਹਾਨੂੰ ਮਿਲ ਜਾਣਗੇ। ਸੋ ਅੱਜ ਦਾ ਲੈਕਚਰ ਪੀਐਸ ਟੈਟ 2 ਦੇ ਵਿਦਿਆਰਥੀ ਨੇ ਜਿਹੜੇ ਐਸਐਸਟੀ ਵਿਸ਼ੇ ਦੇ ਉਹਨਾਂ ਦੇ ਲਈ, ਅਤੇ ਜਿਹੜੇ ਅਲੱਗ-ਅਲੱਗ ਪੋਸਟਾਂ ਦੇ ਵਿੱਚ ਜੀਕੇ ਦੀ ਤਿਆਰੀ ਕਰ ਰਹੇ ਨੇ। ਸੋ ਸਾਰਿਆਂ ਦੇ ਨਾਲ ਸੰਬੰਧਿਤ ਆ ਜੀ। 14 ਨੰਬਰ ਲੈਕਚਰ ਸ਼ੁਰੂ ਕਰਦੇ ਹਾਂ। ਅੱਜ ਦੇ ਲੈਕਚਰ ਵਿੱਚ 20 ਵੈਰੀ ਇੰਪੋਰਟੈਂਟ MCQ ਹੋਣਗੇ। ਭਾਰਤ ਦੀ ਸੰਵਿਧਾਨ ਸਭਾ ਦਾ ਗਠਨ ਦਾ ਆਧਾਰ ਕੀ ਸੀ? ਵੈਰੀ ਇੰਪੋਰਟੈਂਟ ਪ੍ਰਸ਼ਨ ਹੈ। ਸੰਵਿਧਾਨ ਸਭਾ ਆਪਾਂ ਪਹਿਲਾਂ ਵੀ ਬਹੁਤ ਵਾਰੀ ਪੜ੍ਹਾਇਆ। ਦੇਖੋ, ਨੋਟਸ ਪ੍ਰਾਪਤ ਕਰੋਗੇ ਤਾਂ ਮਤਲਬ ਕੰਟੀਨਿਊਜ ਲੜੀਬੱਧਤਾ ਦੇ ਨਾਲ ਪੜ੍ਹੋਗੇ ਅਤੇ ਸਾਰੀਆਂ ਡੇਟਾਂ ਸਮਾਂ ਸਾਰਾ ਯਾਦ ਆਉਂਦਾ ਜਾਊਗਾ। ਅੱਗੇ ਕਿਵੇਂ ਸਰਕਾਰ ਬਣੀ, ਕਿਵੇਂ ਮਤਲਬ ਪ੍ਰਾਚੀਨ ਸੱਭਿਅਤਾ ਤੋਂ ਲੈ ਕੇ ਮੱਧਕਾਲ ਮਾਡਰਨ ਹਿਸਟਰੀ ਸਾਰਾ ਕਵਰ ਹੋਊਗਾ ਤੁਹਾਡੇ। ਆਪਾਂ ਇਹ ਪਹਿਲਾਂ ਵੀ ਪੜ੍ਹਾਇਆ ਹੋਇਆ ਵੀ ਸੰਵਿਧਾਨ ਸਭਾ ਦਾ ਗਠਨ ਕਿਵੇਂ ਹੋਇਆ। ਸੰਵਿਧਾਨ ਸਭਾ ਦੇ ਜਿਹੜੇ ਮੁੱਖ ਹੈਗੇ ਸੀਗੇ ਮਤਲਬ ਚੇਅਰਮੈਨ ਸੀਗੇ ਜਿਹੜੇ, ਦੇਖੋ ਉਹ ਸੀਗੇ ਡਾਕਟਰ ਰਜਿੰਦਰ ਪ੍ਰਸਾਦ। ਅੱਗੇ ਖਰੜਾ ਕਮੇਟੀ ਦੇ ਚੇਅਰਮੈਨ ਹੈ ਡਾਕਟਰ BR ਅੰਬੇਦਕਰ। ਸੋ ਕੈਬਨਿਟ ਮਿਸ਼ਨ ਪਲਾਨ ਦੇ ਤਹਿਤ ਹੀ ਇਹਦਾ ਮਤਲਬ ਗਠਨ ਹੋਇਆ ਸੀ। ਆਪਸ਼ਨ ਨੰਬਰ 1 ਟਿਕ ਕਰੋ। ਆਪਾਂ ਜ਼ਿਆਦਾ ਆਪਸ਼ਨਾਂ ਪੜ੍ਹ ਕੇ ਸਮਾਂ ਨਹੀਂ ਖਰਾਬ ਕਰਦੇ। ਕੈਬਨਿਟ ਮਿਸ਼ਨ, ਹੁਣ ਕੈਬਨਿਟ ਮਿਸ਼ਨ ਕੀ ਸੀਗਾ? ਸੋ ਕਲਾਈਮੇਟ ਐਟਲੀ ਦੀ ਸਰਕਾਰ ਬਣ ਗਈ ਸੀ ਦੂਸਰੇ ਵਿਸ਼ਵ ਯੁੱਧ ਤੋਂ ਬਾਅਦ। ਉਹਨਾਂ ਨੇ ਆਪਣੇ 3 ਮੈਂਬਰ ਭੇਜੇ ਸੀਗੇ ਭਾਰਤ ਦੇ ਵਿੱਚ ਵੀ ਭਾਰਤ ਦੇ ਲੋਕਾਂ ਨੂੰ ਆਜ਼ਾਦ ਕਰਾਂਗੇ ਆਪਾਂ, ਅਤੇ ਉੱਥੇ ਫਿਰ ਸਿਸਟਮ ਕਿਵੇਂ ਬਣੇ ਉਹਨਾਂ ਨਾਲ ਜਾ ਕੇ ਮਤਲਬ ਸਲਾਹ ਮਸ਼ਵਰਾ ਕਰੋ। ਉਹਦੇ ਵਿੱਚ ਲਾਰੈਂਸ ਸੀਗਾ ਇੱਕ, ਸਰਪੈਂਥਿਕ ਲਾਰੈਂਸ, ਦੂਸਰਾ ਸੀਗਾ ਕ੍ਰਿਪਸ, ਤੀਸਰਾ ਸੀ ਅਲੈਗਜੈਂਡਰ। ਇਹ ਤਿੰਨੇ ਬੰਦੇ ਆ ਕੇ ਇਹਨਾਂ ਨੇ ਵਿਚਾਰ ਵਟਾਂਦਰਾ ਕੀਤਾ। ਸੰਵਿਧਾਨ ਸਭਾ ਦੀਆਂ ਚੋਣਾਂ ਹੋਈਆਂ, 399 ਮੈਂਬਰ ਚੁਣੇ ਗਏ। ਫਿਰ ਅੰਤਿਮ ਸਰਕਾਰ ਬਣੀ, ਫਿਰ ਖਰੜਾ ਕਮੇਟੀ ਬਣੀ, ਸੰਵਿਧਾਨ ਬਣਾਇਆ ਗਿਆ। ਇਸੇ ਤਰ੍ਹਾਂ ਸਰਕਾਰ ਬਣੀ ਜੀ। ਸੋ ਆਪਸ਼ਨ ਨੰਬਰ 1 ਟਿਕ ਕਰੋ। ਕੈਬਨਿਟ ਮਿਸ਼ਨ ਪਲਾਨ ਸੀਗਾ ਇਹ ਸੰਵਿਧਾਨ ਸਭਾ ਦਾ ਗਠਨ ਕਰਨ ਦਾ ਆਧਾਰ। ਸੋ ਦੂਸਰਾ ਪ੍ਰਸ਼ਨ ਕਰਦੇ ਹਾਂ। ਸਾਮੰਤਵਾਦ ਕਿਸ ਤਰ੍ਹਾਂ ਦੀ ਵਿਵਸਥਾ ਸੀ? ਸ਼ਹਿਰੀ ਵਿਵਸਥਾ, ਪੇਂਡੂ ਵਿਵਸਥਾ, ਉਪਰੋਕਤ ਦੋਨੋਂ, ਕੋਈ ਵੀ ਨਹੀਂ। ਸੋ ਇਹ ਪੇਂਡੂ ਵਿਵਸਥਾ ਸੀ ਜੀ, ਸਾਮੰਤਵਾਦ। ਆਪਸ਼ਨ ਨੰਬਰ 2 ਟਿਕ ਕਰਾਂਗੇ। ਇੱਕ ਇਹ ਨੋਟ ਆ ਜੀ ਤੁਹਾਡੇ ਵਾਸਤੇ, ਆਪਾਂ ਸਟਾਰਟਿੰਗ 'ਚ ਹੀ ਇਹ ਖਤਮ ਕਰ ਦਿੰਦੇ ਹਾਂ ਗੱਲ। ਪੀਐਸ ਟੈਟ 1 ਅਤੇ 2 ਦੀ ਤੁਸੀਂ ਗਰੰਟੀ ਨਾਲ ਤਿਆਰੀ ਕਰ ਸਕਦੇ ਹੋ। ਘਰ ਬੈਠੇ ਨੋਟਸ ਲੈ ਸਕਦੇ ਹੋ ਸਾਡੇ ਤੋਂ। ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ। ਨੋਟਸ ਕਿੱਦਾਂ ਦੇ ਹੋਣਗੇ ਇੱਥੇ ਸਾਰਾ ਡਿਟੇਲ 'ਚ ਦੱਸਿਆ ਆਪਾਂ ਤੁਹਾਨੂੰ। ਜਿਹੜੀਆਂ ਅਕੈਡਮੀਆਂ 10-12 ਹਜ਼ਾਰ ਰੁਪਏ 'ਚ ਤਿਆਰੀ ਕਰਵਾਉਂਦੀਆਂ ਇੰਨੇ ਨੋਟਸ ਤੁਹਾਨੂੰ ਉਹ ਵੀ ਨਹੀਂ ਪ੍ਰੋਵਾਈਡ ਕਰਵਾ ਸਕਦੀਆਂ। ਇਹ ਗਰੰਟੀ ਹੈ ਜੀ। ਚਾਈਲਡ ਸਾਈਕੋਲੋਜੀ ਹੋਊਗੀ, ਇੰਗਲਿਸ਼ ਪੈਡਾਗੋਗੀ, ਪੰਜਾਬੀ ਗ੍ਰਾਮਰ, ਪੰਜਾਬੀ ਪੈਡਾਗੋਗੀ ਅਤੇ SST ਦਾ ਸਾਰਾ ਸਿਲੇਬਸ ਹੋਊਗਾ। ਇਹ ਹੋਊਗੀ ਸਾਰੀ ਥਿਓਰੀ, ਜਿਹਦੇ ਵਿੱਚ ਮਤਲਬ EVS ਵੀ ਹੋ ਹੈਗੀ ਆ, ਮਤਲਬ ਫਸਟ ਪੇਪਰ ਵਾਲਿਆਂ ਵਾਸਤੇ। ਨਾਲ SST ਦੇ ਹੋਣਗੇ 200 MCQ। ਇਹ ਫਾਈਲਾਂ ਨੇ ਜਿਹੜੀਆਂ ਦੋਨੇ ਹਜ਼ਾਰ ਦੀਆਂ MCQ ਦੀਆਂ ਨੇਗੀਆਂ। SST ਦੀਆਂ 2 ਫਾਈਲਾਂ। ਅਤੇ ਚਾਈਲਡ ਸਾਈਕੋਲੋਜੀ ਦਾ 1000 MCQ ਹੋਊਗਾ ਜੀ। ਇਹ ਸਾਰਾ ਤੁਹਾਨੂੰ ਸਿਰਫ 700 ਰੁਪਏ ਦੇ ਵਿੱਚ ਮਿਲੂਗਾ। ਇਸ ਨੰਬਰ ਤੇ ਤੁਸੀਂ ਸਾਨੂੰ ਪੇਮੈਂਟ ਕਰਨੀ ਹੈ। ਕਿਸੇ ਵੀ ਤਰੀਕੇ ਨਾਲ ਕਰੋ, ਗੂਗਲ ਪੇ, ਫੋਨਪੇ, ਪੇਟੀਐਮ, ਇਸ ਨੰਬਰ 'ਤੇ ਕਰਕੇ ਸਕਰੀਨਸ਼ਾਟ ਭੇਜ ਦਿਓ। ਤੁਹਾਨੂੰ ਅਸੀਂ ਨੋਟਸ ਸੈਂਡ ਕਰ ਦਿਆਂਗੇ PDF ਫਾਰਮ ਦੇ ਵਿੱਚ। ਸੋ ਇਹ ਸੀ ਨੋਟ ਤੁਹਾਡੇ ਵਾਸਤੇ। ਜ਼ਰੂਰ ਨੋਟਸ ਪ੍ਰਾਪਤ ਕਰੋ। ਬਹੁਤ ਘੱਟ ਕਾਸਟ 'ਤੇ ਨੇ, ਤੁਹਾਡੀ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਤਿਆਰੀ ਹੋਣੀ ਹੈ। ਟਾਈਪ ਕੀਤੇ ਹੋਣਗੇ ਸਾਰੇ। ਜਿਹੜੇ ਆਪਾਂ ਆਹ ਪ੍ਰਸ਼ਨ ਕਰਵਾ ਰਹੇ ਹਾਂ ਇਹ ਵੀ ਤੁਹਾਨੂੰ ਵਿੱਚ ਹੀ ਮਿਲਣਗੇ, ਉਹਦੇ ਵਿੱਚ ਸ਼ਾਮਲ ਕੀਤੇ ਹੋਏ ਨੇ ਆਪਾਂ ਪਹਿਲਾਂ ਹੀ। ਭਾਰਤ ਵਿੱਚ ਰਾਸ਼ਟਰੀ ਜਲ ਮਾਰਗਾਂ ਦੀ ਗਿਣਤੀ ਕਿੰਨੀ ਹੈ ਜੀ? 10 ਜਲ ਮਾਰਗ, 8 ਜਲ ਮਾਰਗ, 6 ਜਲ ਮਾਰਗ, 4 ਜਲ ਮਾਰਗ। ਸੋ ਇਹਨਾਂ ਦੀ ਗਿਣਤੀ ਹੈ ਜੀ 6 ਜਲ ਮਾਰਗ ਨੇ ਭਾਰਤ ਦੇ ਵਿੱਚ। ਰਾਸ਼ਟਰੀ ਜਲ ਮਾਰਗ ਨੇ ਜਿਹੜੇ, ਜਿਨ੍ਹਾਂ ਦੇ ਨਾਲ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਵਪਾਰਕ ਸੰਬੰਧ ਬਣੇ ਹੋਏ ਨੇ। ਆਪਣੇ ਭਾਰਤ ਵਿੱਚ ਰਾਸ਼ਟਰੀ ਜਲ ਮਾਰਗਾਂ ਦੀ ਗਿਣਤੀ 6 ਹੈ ਜੀ। ਸੋ ਅਗਲਾ ਪ੍ਰਸ਼ਨ ਜੀ, ਡੌਨ ਵੈਲੀ ਕਿਹੜੀ ਫਸਲ ਲਈ ਪ੍ਰਸਿੱਧ ਹੈ? ਚਾਵਲ, ਕਣਕ, ਪਟਸਨ, ਕੌਫੀ। ਵੈਰੀ ਇੰਪੋਰਟੈਂਟ ਪ੍ਰਸ਼ਨ ਹੈ। 4 ਨੰਬਰ। ਇਹ ਚਾਵਲ ਦੇ ਲਈ ਪ੍ਰਸਿੱਧ ਹੈ ਜੀ। ਡੌਨ ਵੈਲੀ ਜਿਹੜੀ ਫਸਲ ਹੈ ਉੱਥੇ ਹੁੰਦੀ ਹੈਗੀ ਚਾਵਲ। ਜੋਗਰਾਫੀ ਨਾਲ ਸੰਬੰਧਿਤ ਪ੍ਰਸ਼ਨ ਸੀ। ਮੈਰੀਕਲਚਰ ਦਾ ਸੰਬੰਧ ਹੈ ਜੀ ਫੁੱਲਾਂ ਦੀ ਖੇਤੀ ਨਾਲ। ਸਮੁੰਦਰ ਦੀ ਖੇਤੀ ਦਾ ਉਤਪਾਦਨ ਹੁੰਦਾ ਹੈ। ਰੇਸ਼ਮ ਦੀ ਖੇਤੀ, ਫਲਾਂ ਦੀ ਖੇਤੀ। ਸੋ ਇਹ ਸਾਰੇ ਤਰ੍ਹਾਂ ਦੀਆਂ ਖੇਤੀਆਂ ਨੋਟਸਾਂ 'ਚੋਂ ਪੜ੍ਹਨ ਨੂੰ ਮਿਲਣਗੀਆਂ। ਇਹ ਹੁੰਦੀ ਜਿਹੜੀ ਮੈਰੀਕਲਚਰ ਹੁੰਦੀ ਹੈ ਸਮੁੰਦਰੀ ਜੀਵਾਂ ਦੀ ਖੇਤੀ, ਜਿਵੇਂ ਮੱਛੀ ਪਾਲਣ ਕਰਦੇ ਹਾਂ ਆਪਾਂ, ਉਹਨੂੰ ਮੈਰੀਕਲਚਰ ਦੇ ਤੌਰ 'ਤੇ ਜਾਣਿਆ ਜਾਂਦਾ ਹੈ। ਆਪਸ਼ਨ ਨੰਬਰ 2 ਟਿਕ ਕਰੋ ਜੀ। 6 ਨੰਬਰ ਪ੍ਰਸ਼ਨ, ਗਾਂਧੀ ਸਾਗਰ
ਰਾਣਾ ਪ੍ਰਤਾਪ ਸਾਗਰ ਤੇ ਜਵਾਹਰ ਸਾਗਰ ਡੈਮ ਕਿਹੜੀ ਨਦੀ ਤੇ ਬਣੇ ਨੇ? ਨਰਮਦਾ ਨਦੀ ਤੇ, ਚੰਬਲ ਨਦੀ ਤੇ, ਤਾਪਤੀ ਨਦੀ, ਕ੍ਰਿਸ਼ਨਾ ਨਦੀ। 6 ਨੰਬਰ ਪ੍ਰਸ਼ਨ ਦਾ ਉੱਤਰ ਹੈ ਜੀ 2 ਨੰਬਰ ਆਪਸ਼ਨ। ਚੰਬਲ ਨਦੀ ਤੇ ਬਣੇ ਹੋਏ ਨੇ ਗਾਂਧੀ ਸਾਗਰ ਡੈਮ, ਰਾਣਾ ਪ੍ਰਤਾਪ ਸਾਗਰ ਤੇ ਜਵਾਹਰ ਸਾਗਰ ਡੈਮ ਨੇ ਚੰਬਲ ਨਦੀ ਤੇ ਬਣੇ ਹੋਏ ਨੇ। ਆਪਸ਼ਨ ਨੰਬਰ 2 ਟਿਕ ਹੈ ਜੀ। ਨਦੀਆਂ ਦੇ ਨਾਲ ਸੰਬੰਧਿਤ ਸਾਰੇ ਪ੍ਰਸ਼ਨ ਕਵਰ ਕਰ ਲਿਓ। ਨਦੀਆਂ ਦੇ ਨਾਲ ਸੰਬੰਧਿਤ 1 ਜਾਂ 2 ਪ੍ਰਸ਼ਨ ਆਉਣਗੇ ਪੀਐਸ ਟੈਟ 2 ਦੇ ਵਿੱਚ ਐਸਐਸਟੀ ਵਿਸ਼ੇ ਦੇ ਲਈ। ਭਾਰਤ ਦੀ ਪ੍ਰਸਿੱਧ ਲੈਗੂਨ ਝੀਲ ਕਿਹੜੀ ਹੈ ਜੀ? ਡਲ ਝੀਲ, ਪੋਲੀਟੀਕਲ ਝੀਲ, ਚਿਲਕਾ ਝੀਲ, ਮਾਨਸਰੋਵਰ ਝੀਲ। ਇਹ ਚਿਲਕਾ ਝੀਲ ਆਪਾਂ ਪਹਿਲਾਂ ਵੀ ਤੁਹਾਨੂੰ ਦੱਸਿਆ ਹੋਇਆ ਇਹ ਪ੍ਰਸ਼ਨ। ਭਾਰਤ ਦੀ ਪ੍ਰਸਿੱਧ ਲੈਗੂਨ ਝੀਲ ਚਿਲਕਾ ਝੀਲ। ਆਪਸ਼ਨ ਨੰਬਰ 3 ਸਹੀ ਹੈ ਜੀ। 8 ਨੰਬਰ ਪ੍ਰਸ਼ਨ, ਅੰਬਾਂ ਦੀ ਵਾਛੜ ਕੀ ਹੈ? ਵੈਰੀ ਵੈਰੀ ਇੰਪੋਰਟੈਂਟ ਪ੍ਰਸ਼ਨ ਹੈ, ਪੇਪਰ ਦੇ ਵਿੱਚ ਆਇਆ ਹੋਇਆ, ਟੈਟ ਦੇ ਪੇਪਰ ਦੇ ਵਿੱਚ, ਪੀਐਸ ਟੈਟ 2 ਦੇ ਪੇਪਰ ਦੇ ਵਿੱਚ ਐਸਐਸਟੀ ਦੇ ਵਿਸ਼ੇ ਵਿੱਚ ਆਇਆ ਹੋਇਆ ਜੀ। ਇਹ ਅੰਬਾਂ ਦੀ ਵਾਛੜ ਕੀ ਹੈ? ਗਰਮ ਹਵਾਵਾਂ ਜੋ ਦੱਖਣ ਭਾਰਤ ਵਿੱਚ ਵਗਦੀਆਂ ਨੇ, ਕੇਰਲ ਅਤੇ ਕਰਨਾਟਕ ਵਿੱਚ ਗਰਮੀਆਂ ਦੀ ਵਰਖਾ, ਅੰਬਾਂ ਦੀ ਖੇਤੀ, ਚੱਕਰਵਾਤ। ਸੋ ਕਿਹੜੀ ਆਪਸ਼ਨ ਸਹੀ ਹੈ ਜੀ? ਆਪਸ਼ਨ ਨੰਬਰ 2 ਟਿਕ ਕਰਾਂਗੇ। ਕੇਰਲ ਅਤੇ ਕਰਨਾਟਕ ਦੇ ਵਿੱਚ ਜਦੋਂ ਗਰਮੀਆਂ ਦੇ ਵਿੱਚ ਵਰਖਾ ਹੁੰਦੀ ਹੈ ਨਾ, ਉਹ ਇੰਨੀ ਤੇਜ਼ ਹੁੰਦੀ ਹੈ, ਉਹਨੂੰ ਅੰਬਾਂ ਦੀ ਵਾਛੜ ਦੇ ਤੌਰ 'ਤੇ ਜਾਣਿਆ ਜਾਂਦਾ ਹੈ। ਅੰਬਾਂ ਦੇ ਜਿਹੜੇ ਮਤਲਬ ਹੁੰਦੇ ਨੇ ਉਸ ਸਮੇਂ ਲੱਗੇ ਹੋਏ ਜਿਹੜੇ ਪੁੰਗਰਦੇ ਨੇ ਅੰਬ ਛੋਟੇ ਰੂਪ ਦੇ ਵਿੱਚ, ਉਹ ਵੀ ਟੁੱਟ ਟੁੱਟ ਕੇ ਡਿੱਗ ਜਾਂਦੇ ਆ। ਅੰਬਾਂ ਦੇ ਵਾਛੜ ਦੇ ਤੌਰ 'ਤੇ ਜਾਣਿਆ ਜਾਂਦਾ। ਭਾਰਤ ਵਿੱਚ ਸਾਲਾਨਾ ਵਰਖਾ ਦੀ ਔਸਤ ਕਿੰਨੀ ਹੈ ਜੀ? 90 ਸੈਂਟੀਮੀਟਰ, 118 ਸੈਂਟੀਮੀਟਰ, 150 ਸੈਂਟੀਮੀਟਰ, 135 ਸੈਂਟੀਮੀਟਰ। ਭਾਰਤ ਦੇ ਵਿੱਚ ਪੁੱਛਿਆ, ਮਾੜਾ ਜਿਹਾ ਇਹ ਵੀ ਧਿਆਨ 'ਚ ਰੱਖਿਓ। ਕਈ ਵਾਰ ਪੂਰੇ ਮਤਲਬ ਕਿਸੇ ਸਟੇਟ ਦਾ ਨਾਮ ਲੈ ਜਾਂਦੇ ਨੇ ਹੈ ਨਾ, ਇਸ ਤਰੀਕੇ ਨਾਲ। ਸੋ ਇਹ ਨਿੱਕੀ ਨਿੱਕੀਆਂ ਗੱਲਾਂ ਦਾ ਧਿਆਨ ਰੱਖਣਾ ਹੁੰਦਾ ਗਾ। 118 ਸੈਂਟੀਮੀਟਰ। ਆਪਸ਼ਨ ਨੰਬਰ 2 ਸਹੀ ਹੈ ਜੀ। 10 ਨੰਬਰ ਪ੍ਰਸ਼ਨ, ਭਾਰਤ ਵਿੱਚ ਸਿੰਚਾਈ ਦਾ ਪ੍ਰਮੁੱਖ ਸਾਧਨ ਕੀ ਹੈ? ਬਹੁਤ ਸੌਖਾ ਪ੍ਰਸ਼ਨ ਹੈ, ਪਰ ਅਜਿਹੇ ਸੌਖੇ ਪ੍ਰਸ਼ਨ ਵੀ ਕਵਰ ਕਰਨੇ ਬਣਦੇ ਨੇ ਸਾਨੂੰ। ਕਈ ਵਾਰ ਉੱਥੇ ਭੁਲੇਖਾ ਪੈ ਜਾਂਦਾ ਹੈ। ਸੌਖੇ ਪ੍ਰਸ਼ਨ ਵੀ ਬਹੁਤ ਆਉਂਦੇ ਨੇ। ਜੇਕਰ 60 ਪ੍ਰਸ਼ਨ ਆਉਣਗੇ ਤਾਂ 20 ਅਜਿਹੇ ਹੋਣਗੇ ਜਿਹੜੇ ਤੁਹਾਨੂੰ ਲੱਗਣਗੇ ਵੀ ਇੰਨਾ ਸੌਖਾ, ਪਰ ਉਹ ਅਸੀਂ ਗਲਤ ਕਰਨਾ ਹੀ ਨਹੀਂ ਹੁੰਦਾ ਕਿਸੇ ਵੀ ਹਿਸਾਬ ਨਾਲ। ਭਾਰਤ ਵਿੱਚ ਸਿੰਚਾਈ ਦਾ ਪ੍ਰਮੁੱਖ ਸਾਧਨ ਨਹਿਰਾਂ, ਖੂਹ ਤੇ ਨਲਕੂਪ, ਵਰਖਾ, ਤਲਾਬ। ਪ੍ਰਮੁੱਖ ਪੁੱਛਿਆ ਹੈਗਾ। ਪ੍ਰਮੁੱਖ ਦਾ ਮਤਲਬ ਹੈ ਵੀ ਜਿਹਦਾ ਆਧਾਰ ਹੀ ਇਹ ਆ, ਮਤਲਬ ਉਹ ਹੈ ਖੂਹ ਤੇ ਨਲਕੂਪ। ਆਪਸ਼ਨ ਨੰਬਰ 2 ਸਹੀ ਹੈ ਜੀ। ਪ੍ਰਮੁੱਖ ਸਾਧਨ ਇਹ ਨੇ ਜੀ। ਸੋ 11 ਨੰਬਰ ਪ੍ਰਸ਼ਨ, ਪੈਪਸੂ ਰਾਜ ਦਾ ਪਹਿਲਾ ਮੁੱਖ ਮੰਤਰੀ ਕੌਣ ਸੀ? ਯਾਦਵਿੰਦਰ ਸਿੰਘ, ਮਾਸਟਰ ਤਾਰਾ ਸਿੰਘ, ਗਿਆਨ ਸਿੰਘ ਗਰੇਵਾਲ, ਰਘਵੀਰ ਸਿੰਘ। ਪੈਪਸੂ ਰਾਜ ਦਾ ਪਹਿਲਾ ਮੁੱਖ ਮੰਤਰੀ ਸੀ ਗਿਆਨ ਸਿੰਘ ਗਰੇਵਾਲ। ਆਪਸ਼ਨ ਨੰਬਰ 3 ਟਿਕ ਕਰੋ ਜੀ। 12 ਨੰਬਰ ਪ੍ਰਸ਼ਨ, ਰਬੜ ਦੀ ਖੇਤੀ ਭਾਰਤ ਦੇ ਕਿਹੜੇ ਰਾਜ ਵਿੱਚ ਕੀਤੀ ਜਾਂਦੀ ਹੈ? ਅੱਜ ਦੇ ਲੈਕਚਰ ਦੇ ਵਿੱਚ ਜ਼ਿਆਦਾਤਰ ਪ੍ਰਸ਼ਨ ਜਿਓਗ੍ਰਾਫੀ ਦੇ ਨਾਲ ਸੰਬੰਧਿਤ ਨੇ। ਰਬੜ ਦੀ ਖੇਤੀ ਭਾਰਤ ਦੇ ਕਿਹੜੇ ਰਾਜ ਵਿੱਚ ਹੁੰਦੀ ਹੈ? ਕੇਰਲ, ਪੱਛਮੀ ਬੰਗਾਲ, ਜੰਮੂ ਤੇ ਕਸ਼ਮੀਰ ਤੇ ਮੇਘਾਲਿਆ। ਸੋ ਇਹਨਾਂ 4-5 ਰਾਜਾਂ ਦੇ ਵਿੱਚੋਂ ਕਿਹੜਾ ਰਾਜ ਹੈ ਜਿੱਥੇ ਰਬੜ ਦੀ ਖੇਤੀ ਦਾ ਉਤਪਾਦਨ ਹੁੰਦਾ ਹੈ? 12 ਨੰਬਰ ਪ੍ਰਸ਼ਨ ਦਾ ਆਨਸਰ ਹੈ ਜੀ ਕੇਰਲ। ਆਪਸ਼ਨ ਨੰਬਰ 1 ਸਹੀ ਹੈ। ਕੇਰਲ ਦੇ ਵਿੱਚ ਰਬੜ ਦੀ ਖੇਤੀ ਦੀ ਭਰਮਾਰ ਹੈ ਜੀ। ਸੋ ਅਗਲਾ ਪ੍ਰਸ਼ਨ 13 ਨੰਬਰ, ਦੁੱਧ ਦੇ ਉਤਪਾਦਨ ਵਿੱਚ ਭਾਰਤ ਦਾ ਸੰਸਾਰ ਵਿੱਚ ਕਿੰਨਵਾਂ ਸਥਾਨ ਹੈ? ਇਹ ਪ੍ਰਸ਼ਨ ਵੀ ਆਇਆ ਹੋਇਆ। ਮਤਲਬ ਦੁੱਧ ਪੈਦਾਵਾਰ ਦੇ ਵਿੱਚ, ਉਤਪਾਦਨ ਕਰਨ ਦੇ ਵਿੱਚ ਭਾਰਤ ਦਾ ਪੂਰੀ ਦੁਨੀਆ ਦੇ ਵਿੱਚ ਕਿੰਨਵਾਂ ਸਥਾਨ ਹੈ? ਚੌਥਾ, ਤੀਜਾ, ਦੂਜਾ ਜਾਂ ਪਹਿਲਾ? ਸੋ 13 ਨੰਬਰ ਦਾ ਆਪਸ਼ਨ ਨੰਬਰ 4 ਸਹੀ ਹੈ ਜੀ। ਪਹਿਲਾ ਸਥਾਨ ਹੈ। ਮਤਲਬ ਭਾਰਤ ਇੰਨਾ ਦੁੱਧ ਪੈਦਾ ਕਰਦਾ ਵੀ ਪੂਰੀ ਦੁਨੀਆ ਦੇ ਵਿੱਚ ਪਹਿਲੇ ਸਥਾਨ 'ਤੇ ਆ ਦੁੱਧ ਪੈਦਾ ਕਰਨ ਦੇ ਵਿੱਚ। ਆਪਸ਼ਨ ਨੰਬਰ 4 ਸਹੀ ਹੈ ਜੀ। 14 ਨੰਬਰ ਪ੍ਰਸ਼ਨ, ਕੈਗਾਮਾਰੂ ਪਰਮਾਣੂ ਸ਼ਕਤੀ ਕੇਂਦਰ ਕਿੱਥੇ ਹੈ? ਰਾਜਸਥਾਨ, ਮਹਾਰਾਸ਼ਟਰ, ਕਰਨਾਟਕ, ਗੁਜਰਾਤ ਦੇ ਵਿੱਚ। ਸੋ ਆਪਸ਼ਨ ਨੰਬਰ 3 ਸਹੀ ਹੈ ਜੀ। ਕਰਨਾਟਕਾ ਦੇ ਵਿੱਚ ਹੈ ਕੈਗਾ ਪਰਮਾਣੂ ਸ਼ਕਤੀ ਕੇਂਦਰ। ਆਪਸ਼ਨ ਨੰਬਰ 3 ਟਿਕ ਕਰੋ ਜੀ, ਕਰਨਾਟਕ। 15 ਨੰਬਰ ਪ੍ਰਸ਼ਨ, ਕਲਹਣ ਦੀ ਰਚਨਾ ਰਾਜ ਤਰੰਗਣੀ ਦਾ ਵਿਸ਼ਾ ਕੀ ਸੀ? ਕਲਹਣ ਦੁਆਰਾ ਲਿਖੀ ਹੋਈ ਪੁਸਤਕ ਬਾਰੇ ਆਪਾਂ ਪਹਿਲਾਂ ਵੀ ਪੜ੍ਹਾਇਆ ਹੋਇਆ। ਰਾਜ ਤਰੰਗਣੀ ਸੀ ਉਹਦੀ ਪੁਸਤਕ, ਅਤੇ ਉਹਦਾ ਵਿਸ਼ਾ ਕੀ ਸੀ? ਕਸ਼ਮੀਰ ਦਾ ਇਤਿਹਾਸ, ਲੋਹਾਰ ਵੰਸ਼ ਦਾ ਵਰਣਨ, ਅਰਥ ਸ਼ਾਸਤਰ ਅਤੇ ਰਾਜਨੀਤੀ। ਸੋ ਇਹ ਸੀ ਜੀ ਆਪਸ਼ਨ ਨੰਬਰ 1 ਸਹੀ ਹੈ। ਕਸ਼ਮੀਰ ਦੇ ਇਤਿਹਾਸ ਦੇ ਨਾਲ ਸੰਬੰਧਿਤ ਸੀ ਤਰੰਗਣੀ, ਜਿਹੜੀ ਕਿ ਲਿਖੀ ਸੀ ਕਲਹਣ ਨੇ। ਆਪਸ਼ਨ ਨੰਬਰ 1 ਸਹੀ ਹੈ ਜੀ। 16 ਨੰਬਰ ਪ੍ਰਸ਼ਨ, ਸਿਲੀਕਾਨ ਸਿਟੀ ਆਫ ਇੰਡੀਆ ਕਿਹੜੇ ਸ਼ਹਿਰ ਨੂੰ ਕਿਹਾ ਜਾਂਦਾ ਹੈ? ਹੈਦਰਾਬਾਦ ਨੂੰ, ਮੋਹਾਲੀ ਨੂੰ, ਬੰਗਲੌਰ ਨੂੰ, ਮੁੰਬਈ ਨੂੰ। ਸਿਲੀਕਾਨ ਸਿਟੀ ਆਫ ਇੰਡੀਆ, ਸਿਲੀਕਾਨ ਸਿਟੀ ਆਫ ਵਰਲਡ ਵੀ ਬੋਲਿਆ ਜਾ ਸਕਦਾ। ਸੋ ਥੋੜ੍ਹਾ ਧਿਆਨ ਰੱਖਿਓ, ਇਹ ਇੰਡੀਆ ਦੇ ਬਾਰੇ ਪੁੱਛਿਆ ਹੈਗਾ। ਸਿਲੀਕਾਨ ਸਿਟੀ ਹੈਦਰਾਬਾਦ ਨੂੰ ਬੋਲਿਆ ਜਾਂਦਾ ਹੈ। ਹਾਂ ਨਹੀਂ ਸੌਰੀ, ਹੈਦਰਾਬਾਦ ਨੂੰ ਨਹੀਂ, ਬੰਗਲੌਰ ਨੂੰ। ਬੰਗਲੌਰ ਨੂੰ। ਆਪਸ਼ਨ ਨੰਬਰ
3 ਟਿਕ ਕਰੋ। 16 ਨੰਬਰ ਪ੍ਰਸ਼ਨ ਦਾ, ਬੰਗਲੌਰ ਨੂੰ ਸਿਲੀਕਾਨ ਸਿਟੀ ਆਫ ਇੰਡੀਆ ਬੋਲਿਆ ਜਾਂਦਾ ਜੀ। ਸੋ ਅਗਲਾ ਪ੍ਰਸ਼ਨ, ਪਿੰਕ ਸਿਟੀ ਆਫ ਇੰਡੀਆ ਕਿਹੜੇ ਸ਼ਹਿਰ ਨੂੰ ਕਹਿੰਦੇ ਨੇ? ਇਹ ਤੁਸੀਂ ਜਾਣਦੇ ਹੋਵੋਗੇ, ਜੈਪੁਰ ਨੂੰ ਕਿਹਾ ਜਾਂਦਾ ਜੀ ਪਿੰਕ ਸਿਟੀ ਆਫ ਇੰਡੀਆ, ਜੈਪੁਰ। ਸੋ ਅਗਲਾ ਪ੍ਰਸ਼ਨ ਜੀ 18 ਨੰਬਰ, ਸ਼ੁੱਧ ਸੋਨਾ ਕਿੰਨੇ ਕੈਰਟ ਦਾ ਹੁੰਦਾ ਜੀ? ਇਹ ਵੀ ਸੌਖੇ ਪ੍ਰਸ਼ਨ ਨੇ ਥੋੜ੍ਹੇ ਜਿਹੇ ਅੱਜ। 24 ਕੈਰਟ ਦਾ ਹੁੰਦਾ ਜੀ ਸ਼ੁੱਧ ਸੋਨਾ। ਪ੍ਰਸ਼ਨ ਇੱਦਾਂ ਦੇ ਵੀ ਆ ਜਾਂਦੇ ਆ, ਜੇਕਰ ਅਸੀਂ ਸੁਣੇ ਹੋਣ, ਚਾਹੇ ਸੌਖੇ ਹੋਣ, ਇੱਕ ਵਾਰੀ ਸਾਡੇ ਕੰਨਾਂ ਨੂੰ ਅਸੀਂ ਸੁਣੇ ਹੋਣ, ਮਤਲਬ ਇੱਕ ਵਾਰੀ ਦੇਖੇ ਵਾਚੇ ਹੋਣ, ਅਤੇ ਫਿਰ ਉਹ ਸੌਖਾ ਹੋ ਜਾਂਦਾ। ਸੌਖਾ ਪ੍ਰਸ਼ਨ ਵੀ ਕਈ ਵਾਰ ਉੱਥੇ ਸਾਡੇ ਦਿਮਾਗ 'ਚੋਂ ਨਿਕਲ ਜਾਂਦਾ। ਸ਼ੁੱਧ ਸੋਨਾ 24 ਕੈਰਟ ਦੇ ਤੌਰ 'ਤੇ ਮੰਨਿਆ ਜਾਂਦਾ। 19 ਨੰਬਰ ਪ੍ਰਸ਼ਨ, ਭਗਤੀ ਅੰਦੋਲਨ ਦਾ ਸੰਸਥਾਪਕ ਕੌਣ ਸੀ? ਸ਼ੰਕਰਾਚਾਰੀਆ, ਰਾਮਾਨੁਜ, ਚੈਤੰਨਿਆ ਮਹਾਂਪ੍ਰਭੂ ਅਤੇ ਰਾਮਾਨੰਦ। ਸੋ ਜਿਹੜੇ ਅੰਦੋਲਨ ਹੋਏ ਨੇ ਨਾ, ਮਤਲਬ ਮਾਡਰਨ ਹਿਸਟਰੀ ਦੇ ਨਾਲ ਸੰਬੰਧਿਤ ਇਹ ਪ੍ਰਸ਼ਨ ਨੇ ਜ਼ਿਆਦਾਤਰ, ਇਹਨਾਂ 'ਚੋਂ ਵੀ ਪ੍ਰਸ਼ਨ ਆ ਜਾਂਦਾ। ਸ਼ੰਕਰਾਚਾਰੀਆ ਭਗਤੀ ਅੰਦੋਲਨ ਦਾ ਸੰਸਥਾਪਕ ਮੰਨਿਆ ਗਿਆ। ਆਪਸ਼ਨ ਨੰਬਰ 1 ਸਹੀ ਆ ਜੀ। ਸੋ ਅਗਲਾ ਪ੍ਰਸ਼ਨ 20 ਨੰਬਰ, ਸਾਮੰਤਵਾਦ ਕਿਸ ਤਰ੍ਹਾਂ ਦੀ ਵਿਵਸਥਾ ਸੀ? ਇਹ ਤਾਂ ਪਹਿਲਾਂ ਵੀ ਆ ਚੁੱਕਿਆ ਪ੍ਰਸ਼ਨ, ਸੋ ਦੁਬਾਰੇ ਟਾਈਪ ਹੋ ਗਿਆ, ਪੇਂਡੂ ਵਿਵਸਥਾ ਸੀ ਜੀ ਇਹ। 21 ਨੰਬਰ ਪ੍ਰਸ਼ਨ ਜੀ, ਭਾਰਤੀ ਰੇਲਵੇ ਨੂੰ ਕਿੰਨੇ ਜ਼ੋਨਾਂ ਵਿੱਚ ਵੰਡਿਆ ਗਿਆ? 16, 17, 8 ਜਾਂ 12? ਭਾਰਤੀ ਰੇਲਵੇ ਨੂੰ ਪੁੱਛਿਆ। ਪਹਿਲਾਂ ਜਲ ਮਾਰਗਾਂ ਦੀ ਗਿਣਤੀ ਕਰੀ ਸੀ ਆਪਾਂ, 6 ਸੀਗੀ। ਹੁਣ ਰੇਲਵੇ ਦੇ ਜ਼ੋਨ ਕਿੰਨੇ ਜੀ ਭਾਰਤ ਦੇ ਵਿੱਚ? ਸੋ ਇਹ ਨੇ ਜੀ 17। ਆਪਸ਼ਨ ਨੰਬਰ 2 ਸਹੀ ਆ। ਸੋ ਦੋਸਤੋ ਅੱਜ ਦਾ ਲੈਕਚਰ ਇੱਥੇ ਹੀ ਸਮ ਅਪ ਹੁੰਦਾ ਗਾ। ਇਹ ਸੀਗਾ ਜੀ ਮਤਲਬ ਅੱਜ ਦਾ 14 ਨੰਬਰ ਲੈਕਚਰ SST PS ਟੈਟ 2 ਦੇ ਵਿਦਿਆਰਥੀਆਂ ਨਾਲ ਸੰਬੰਧਿਤ, GK ਦੇ ਵਿਦਿਆਰਥੀਆਂ ਦੇ ਨਾਲ ਸੰਬੰਧਿਤ। ਅਤੇ ਨੋਟਸ ਪ੍ਰਾਪਤ ਕਰਨੇ ਹੋਏ ਇਸ ਨੰਬਰ 'ਤੇ ਸੰਪਰਕ ਕਰ ਲਿਓ। ਨੋਟਸ ਜ਼ਰੂਰ ਪ੍ਰਾਪਤ ਕਰੋ। ਬਹੁਤ ਘੱਟ ਪੈਸਿਆਂ ਦੇ ਵਿੱਚ ਤੁਹਾਨੂੰ SST ਦੇ ਪ੍ਰਸ਼ਨ ਮਿਲਣਗੇ। ਦੇਖੋ 2000 ਤਾਂ 88 474 77 007। ਨੋਟਸਾਂ ਦਾ ਫਾਇਦਾ ਸਭ ਤੋਂ ਵੱਡੀ ਕੀ ਚੀਜ਼ ਆ ਵੀ ਜਿਹੜੇ ਆਪਾਂ MCQ ਦੇ ਰਹੇ ਹਾਂ ਤੁਹਾਨੂੰ, ਉਹ ਜੇਕਰ ਤੁਸੀਂ ਸਿੰਗਲ ਲੈਣੇ ਹੋਣ ਤਾਂ ਸਿੰਗਲ ਹੀ ਅਸੀਂ ਇਕੱਲੇ 400 ਰੁਪਏ ਦੇ ਦਿੰਦੇ ਹੁੰਦੇ ਸੀ ਪਹਿਲਾਂ। ਜੇ ਕਿਸੇ ਨੇ ਹੁਣ ਵੀ ਸਿੰਗਲ ਲੈਣੇ ਨੇ, ਇਕੱਲੇ MCQ ਲੈਣੇ ਨੇ, 400 ਦੀ ਫਾਈਲ ਮਿਲੂਗੀ। ਸਾਰੇ ਨੋਟਸ ਲੈਣੇ ਆ ਤਾਂ 700 ਰੁਪਏ ਦੇ ਵਿੱਚ ਤੁਹਾਨੂੰ ਮਿਲ ਜਾਣਗੇ। ਇਹ ਸਾਰਾ ਮਤਲਬ ਆਪਾਂ ਇਕੱਠਾ ਵਿੱਚ ਦਿੰਦੇ ਹਾਂ। ਸੋ ਇਹ ਸੀ ਜੀ, ਲਾਈਕ ਸ਼ੇਅਰ ਕਰ ਦਿਓ। ਜਿਹੜੇ ਦੋਸਤ ਚੈਨਲ 'ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਮਿਲਦੇ ਹਾਂ ਅਗਲੇ ਵੀਡੀਓ ਲੈਕਚਰ ਵਿੱਚ। ਤਦ ਤੱਕ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ।